परम सन्मानयोग गुरु सवारे गुरबाणी प्रेमियों, श्रोमणी भगत कबीर जी द्वारा उच्चारण किए हुए श्री गुरु ग्रंथ साहिब जी महाराज की बाणी विच दर्ज श्लोकां विचों आप जी ने पहले 6 श्लोकां का पाठ सरवण किया है। भगत कबीर जी भगती दी दुनिया दे धरू तारे ने, जिन्हां दी चमक सदियां तो इस संसार नूं रोशनी वंड भी रही है और आकाश का धरू तारा तो किसी दिन बेशक अलोप हो जाए, पर भगत कबीर जी वल्लों मिलती हुई रोशनी संसार नूं हमेशा मिलती रहेगी। ज्ञान कदी घटदा नहीं। दुनिया दे रोशनी दे हर स्रोत विच समा पा के कमज़ोरी आ जाती है। विग्यानक भी इस गल नाल सहमत ने कि दिन ब दिन सूरज वर्गे महाबली की ताकत भी कमज़ोर पैंदी जा रही है और एक समा आवेगा जद सूरज पास भी रोशनी नाम की कोई शक्ति नहीं होवेगी। लेकिन ज्ञान का सूरज वो है जो हमेशा संसार नूं रोशनी देंदा रहिंदा है। ते ज्ञान दे सूरज सन भगत कबीर जी। जिवें आकाश दे तारिਆਂ नूं तक के रात दे हनेरे विच भी पैंडे सर करन वाले राहगीर अगवाई लै के मंजिल ते पहुँच जाते ने, इस तरह दुनिया अंदर जद 4 चफेरे विकारां दी, पापां दी, अज्ञानता दी धुंध तक पई हुई होवे, तां भी जो व्यक्ति भगत जनां दे उपदेश वल, सतगुरु साहिबानां दी सिक्ख्या वल नज़र लगा के सुरत जोड़ के चल पैंदा है, वो मनुखा जन्म दी मंजिल ते हर हालत विच पहुँच जाता है। वो निरंकार नाल अभेद हो जाता है। ज्ञान कदी पुराना नहीं हुंदा। भगत कबीर जी इसलिए श्रोमणी भगतां की गिणती विच भी ने कि वो काशी जिस अंदर कर्मकांड का जाल पूरी तरह फैलिया होया सी, जात पात दे भिन्न भेद सिखरां ते सन, उस काशी विच बैठ के भगत कबीर जी ने कर्मकांड दे जाल नूं बुरी तरह खंडन किया। ते कमाल दी गल ये सी कि शास्त्रां दे ज्ञाता, वेदां दे जानन वाले, वड्डे वड्डे विद्वान सदवाउण वाले भी भगत कबीर जी दे एक भी सवाल का जवाब देण दे समर्थ ना हो सके। हर एक नूं कबीर साहिब ने निरुत्तर कर दिता और ये गल केवल फिलोसफी तक सीमित नहीं सी कि केवल तर्क का जाल है, गल्लां बातां हैं। भगत कबीर जी ने जिथे थोरैटिकली कर्मकांड का खंडन किया, उथे प्रैक्टिकली भी इस कर्मकांड के जाल विचों लोकां नूं मुक्त करन वास्ते जो उपदेश बख्शिया वो खुद कमा के भी दिखाया।
ਇਸ ਮਹਾਨ ਸ਼ਖਸੀਅਤ ਨੂੰ ਇਨਕਾਰਿਆ ਨਹੀਂ ਸੀ ਜਾ ਸਕਦਾ। ਇਸ ਲਈ ਚਾਲਾਕ ਲੋਕਾਂ ਨੇ ਭਗਤ ਕਬੀਰ ਜੀ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਊਲ ਜਲੂਲ ਕਹਾਣੀਆਂ ਘੜ ਕੇ ਵੀ ਪ੍ਰਚਲਿਤ ਕੀਤੀਆਂ। ਕਾਰਨ ਕਬੀਰ ਸਾਹਿਬ ਨੂੰ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਏ। ਦੂਸਰਾ ਕਾਰਨ ਕਿ ਇਹਨਾਂ ਦੇ ਗਿਆਨ ਭਰੇ ਬਚਨਾਂ ਦਾ ਉੱਤਰ ਤਾਂ ਸਾਡੇ ਪਾਸ ਕੋਈ ਨਹੀਂ। ਇਸ ਲਈ ਜੇ ਬ੍ਰਾਹਮਣ ਦਾ ਬੋਲ ਬਾਲਾ ਰੱਖਣਾ ਹੈ ਤਾਂ ਸਾਨੂੰ ਕੋਈ ਐਸੀ ਕਹਾਣੀ ਕੱਢ ਲੈਣੀ ਚਾਹੀਦੀ ਹੈ ਜੋ ਸਾਬਤ ਕਰੇ ਕਿ ਭਗਤ ਕਬੀਰ ਜੀ ਜੁਲਾਹੇ ਨਹੀਂ, ਜਨਮ ਤੋਂ ਬ੍ਰਾਹਮਣ ਸਨ। ਬੜਾ ਬੜਾ ਅਜੀਬ ਚਾਲਾਕ ਲੋਕਾਂ ਦਾ ਜਾਲ ਹੈ। ਔਰ ਅੱਜ ਵੀ ਅਨੇਕਾਂ ਗ੍ਰੰਥਾਂ ਵਿੱਚ ਇਸ ਮਹਾਂਪੁਰਸ਼ ਭਗਤ ਕਬੀਰ ਜੀ ਦੇ ਸੰਬੰਧ ਵਿੱਚ ਅਜੀਬੋ ਗਰੀਬ ਕਹਾਣੀਆਂ ਮਿਲਦੀਆਂ ਨੇ। ਬਹੁਤ ਪ੍ਰਚਲਿਤ ਕਥਾ ਹੈ, ਲੇਕਿਨ ਹੈ ਮਨ ਘੜੰਤ ਕਿ ਇੱਕ ਬ੍ਰਾਹਮਣ ਭਗਤ ਰਾਮਾਨੰਦ ਜੀ ਦਾ ਬੜਾ ਸ਼ਰਧਾਲੂ ਸੀ। ਬਹੁਤ ਸੇਵਾ ਕਰਿਆ ਕਰਦਾ ਸੀ, ਹਰ ਹੁਕਮ ਤੇ ਪਹਿਰਾ ਦਿੰਦਾ ਸੀ। ਦਰਸ਼ਨਾਂ ਲਈ ਭਗਤ ਰਾਮਾਨੰਦ ਜੀ ਦੇ ਪਾਸ ਆਉਣਾ, ਸੇਵਾ ਕਰਨੀ, ਇਹ ਉਸ ਦਾ ਨਿਤ ਕਰਮ ਸੀ ਤਕਰੀਬਨ। ਉਸ ਦੀ ਇੱਕ ਬੇਟੀ ਸੀ ਜੋ ਬਾਲ ਵਿਧਵਾ ਸੀ, ਛੋਟੀ ਉਮਰ ਵਿੱਚ ਸ਼ਾਦੀ ਕਰ ਦਿੱਤੀ। ਉਸ ਦੇ ਪਤੀ ਦੀ ਜਲਦੀ ਹੀ ਮੌਤ ਹੋ ਗਈ, ਉਹ ਬੱਚੀ ਵਿਧਵਾ ਹੋ ਗਈ। ਇਹ ਬ੍ਰਾਹਮਣ ਭਗਤ ਰਾਮਾਨੰਦ ਜੀ ਦੇ ਦਰਸ਼ਨ ਕਰਨ ਵਾਸਤੇ ਇੱਕ ਦਿਨ ਆਪਣੀ ਉਸ ਬੇਟੀ ਨੂੰ ਵੀ ਨਾਲ ਲੈ ਆਇਆ ਔਰ ਅਜੀਬ ਘਟਨਾ ਘਟੀ। ਭਗਤ ਰਾਮਾਨੰਦ ਜੀ ਪਰਮ ਪੁਰਖ ਸਨ। ਤਿਨਾਂ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪ੍ਰਵਾਨਿਤ ਨੇ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਬੰਦਗੀਵਾਨ ਸਨ। ਕਥਾ ਹੈ ਕਿ ਉਸ ਪਰਮ ਦਿਆਲੂ ਮਹਾਂਪੁਰਸ਼ ਨੇ ਜਿਸ ਵੇਲੇ ਇਸ ਬੱਚੀ ਨੂੰ ਤੱਕਿਆ, ਬੱਚੀ ਨੇ ਨਮਸਕਾਰ ਕੀਤੀ ਸੀ, ਤਾਂ ਸਾਡੇ ਦੇਸ਼ ਵਿੱਚ ਇੱਕ ਰਿਵਾਜ ਸੀ, ਬੜੀ ਵੱਡੀ ਆਸੀਸ ਮੰਨੀ ਜਾਂਦੀ ਸੀ, ਪੁੱਤਰਵਤੀ ਭਵ, ਤੇਰੇ ਘਰ ਬੇਟੇ ਦਾ ਜਨਮ ਹੋਵੇ, ਪੁੱਤਰ ਵਾਲੀ ਬਣੇ। ਤੋ ਰਾਮਾਨੰਦ ਜੀ ਨੇ ਇਸ ਬੱਚੀ ਨੂੰ ਇਹ ਆਸ਼ੀਰਵਾਦ ਦੇ ਦਿੱਤੀ। ਕਥਾ ਹੈ ਕਿ ਭਗਤ ਦੀ ਆਸ਼ੀਰਵਾਦ ਨਿਸਫਲਤਾ ਜਾ ਨਹੀਂ ਸਕਦੀ। ਸਮਾਂ ਪਾ ਕੇ ਬ੍ਰਾਹਮਣ ਦੀ ਇਸ ਪੁੱਤਰੀ ਦੇ ਪੇਟ ਤੋਂ ਇੱਕ ਬੱਚੇ ਦਾ ਜਨਮ ਹੋਇਆ। ਲੋਕ ਕੀ ਆਖਣਗੇ ਕਿ ਵਿਧਵਾ ਦੇ ਪੇਟ ਤੋਂ ਬੱਚੇ ਦਾ ਜਨਮ ਹੋਇਆ ਹੈ, ਬਦਨਾਮੀ ਹੋਵੇਗੀ। ਇਸ ਡਰ ਤੋਂ ਇਸ ਬੱਚੇ ਨੂੰ ਬਨਾਰਸ ਦੇ ਬਾਹਰਵਾਰ ਇੱਕ ਤਾਲਾਬ ਦੇ ਕਿਨਾਰੇ ਤੇ ਹਨੇਰੇ ਵਿੱਚ ਰੱਖ ਕੇ ਇਹ ਬ੍ਰਾਹਮਣ ਤੇ ਉਸ ਦੀ ਬੇਟੀ ਆ ਗਏ। ਇਸ ਤਾਲਾਬ ਤੇ ਕੱਪੜੇ ਧੋਣ ਵਾਸਤੇ ਮੀਆਂ ਬੀਵੀ ਨੀਰੂ ਅਤੇ ਨੀਮਾ ਆਇਆ ਕਰਦੇ ਸਨ। ਇਹ ਜੁਲਾਹੇ ਸਨ। ਕੱਪੜੇ ਧੋਣ ਵਾਸਤੇ ਜਿਸ ਵੇਲੇ ਪੁੱਜੇ, ਨੀਰੂ ਦੀ ਨਜ਼ਰ ਇਸ ਬਸਤਰਾਂ ਵਿੱਚ ਲਪੇਟੇ ਨਵ ਜਨਮੇ ਬਾਲ ਤੇ ਪਈ ਜੋ ਤਾਲਾਬ ਦੇ ਕਿਨਾਰੇ ਤੇ ਪਿਆ ਸੀ। ਨੀਰੂ ਦੇ ਘਰ ਕੋਈ ਸੰਤਾਨ ਨਹੀਂ ਸੀ।
ਉਸਨੇ ਇਸ ਬੱਚੇ ਨੂੰ ਉਠਾਇਆ, ਘਰ ਲੈ ਗਿਆ ਔਰ ਇਸ ਨੂੰ ਪਾਲਿਆ, ਨਾਮ ਰੱਖਿਆ ਕਬੀਰ। ਤੋ ਕਥਾ ਕਰਨ ਵਾਲੇ ਇਹ ਆਖਦੇ ਰਹੇ ਕਿ ਇਹ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਏ ਕਬੀਰ ਜੀ, ਇਸ ਲਈ ਗਿਆਨਵਾਨ ਹੋ ਸਕੇ। ਇਸ ਦੇ ਪਿੱਛੇ ਚਾਲਾਕੀ ਹੈ। ਸਾਡੇ ਦੇਸ਼ ਦੇ ਇਹ ਚਤਰ ਲੋਕ ਕਹਾਣੀਆਂ ਕੱਢਣ ਵਿੱਚ ਬੜੇ ਮਾਹਰ ਸਨ। ਜਿਹੜੀ ਗੱਲ ਸਾਰੀ ਜ਼ਿੰਦਗੀ ਕਬੀਰ ਸਾਹਿਬ ਨੇ ਕਿਤੇ ਨਹੀਂ ਲਿਖੀ ਕਿ ਮੈਂ ਕਿਸੇ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਹਾਂ, ਉਹ ਇਹ ਕਹਾਣੀ ਕੱਢਣ ਵਾਲਿਆਂ ਨੇ ਲਿਖ ਦਿੱਤੀ। ਕਬੀਰ ਜੀ ਨੇ ਬਾਰ-ਬਾਰ ਆਪਣੀ ਬਾਣੀ ਵਿੱਚ ਇਹ ਐਲਾਨ ਕੀਤਾ ਹੈ ਕਿ ਮੈਂ ਜੁਲਾਹੇ ਘਰ ਵਿੱਚ ਜਨਮ ਲੈਣ ਵਾਲਾ, ਜ਼ਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਕਬੀਰ ਜੀ ਨੂੰ ਕੋਈ ਇਨਕਾਰ ਨਹੀਂ ਜੁਲਾਹੇ ਅਖਵਾਉਣ ਤੋਂ, ਇਹੀ ਉਹਨਾਂ ਦਾ ਕਿੱਤਾ ਸੀ। ਕਥਾ ਕੱਢਣ ਵਾਲਿਆਂ ਨੇ ਕਿਸੇ ਨੂੰ ਨਹੀਂ ਬਖਸ਼ਿਆ। ਜਿੱਥੇ ਵੀ ਆਪਣੇ ਧੰਦੇ ਨੂੰ ਸੱਟ ਲੱਗਦੀ ਦੇਖੀ, ਉੱਥੇ ਅਜੀਬੋ ਗਰੀਬ ਕਹਾਣੀਆਂ ਕੱਢ ਦਿੱਤੀਆਂ। ਜਿਵੇਂ ਕਬੀਰ ਜੀ ਦੇ ਸੰਬੰਧ ਵਿੱਚ ਇਹ ਕਹਾਣੀ ਘੜੀ ਗਈ ਹੈ, ਤੁਸੀਂ ਹੈਰਾਨ ਹੋਵੋਗੇ। ਗੌਤਮ ਬੁੱਧ ਜੀ ਦੇ ਸੰਬੰਧ ਵਿੱਚ ਵੀ ਇੱਕ ਕਹਾਣੀ ਬੜੀ ਅਜੀਬ ਘੜੀ ਗਈ। ਗੌਤਮ ਬੁੱਧ ਜੀ ਦੇ ਸਵਾਲਾਂ ਦਾ ਜਵਾਬ ਵੀ ਵੱਡੇ ਵੱਡੇ ਵਿਦਵਾਨਾਂ ਨੂੰ ਨਹੀਂ ਸੀ ਔੜਦਾ। ਤਸਲੀਮ ਕਰਨਾ ਪਿਆ ਕਿ ਇਹ ਅਵਤਾਰ ਨੇ। ਲੇਕਿਨ ਮੁਸ਼ਕਿਲ ਇਹ ਸੀ ਕਿ ਜਿਸ ਕਰਮਕਾਂਡ ਦੇ ਜਾਲ ਵਿੱਚ ਇਹ ਪੁਜਾਰੀ ਸ਼੍ਰੇਣੀ ਜਨਤਾ ਨੂੰ ਫਸਾ ਰਹੀ ਸੀ, ਗੌਤਮ ਬੁੱਧ ਜੀ ਉਸ ਦਾ ਖੰਡਨ ਕਰਦੇ ਸਨ। ਤੋ ਸੋਚਣ ਦੀ ਜ਼ਰੂਰਤ ਸੀ ਕੀ ਕਹਾਣੀ ਘੜੀ ਜਾਏ ਕਿ ਗੌਤਮ ਨੂੰ ਅਵਤਾਰ ਵੀ ਮੰਨ ਲਿਆ ਜਾਏ ਔਰ ਬੁੱਧ ਦੀ ਸਿੱਖਿਆ ਤੇ ਵੀ ਕੋਈ ਨਾ ਚੱਲੇ। ਅਜੀਬ ਕਹਾਣੀ ਘੜੀ ਗਈ, ਬੜੀ ਪ੍ਰਚਲਿਤ ਹੈ ਕਿ ਪ੍ਰਮਾਤਮਾ ਨੇ ਜਦ ਸ੍ਰਿਸ਼ਟੀ ਰਚੀ, ਸੰਸਾਰ ਅੰਦਰ ਤਰ੍ਹਾਂ ਤਰ੍ਹਾਂ ਦੇ ਲੋਕ ਜਨਮ ਲੈਣਗੇ, ਅੰਤਰਜਾਮੀ ਪ੍ਰਭੂ ਜਾਣਦਾ ਸੀ। ਉਹਨਾਂ ਕਰਮਾਂ ਦੇ ਲੇਖੇ ਜੋਖੇ ਵਿੱਚੋਂ ਵੀ ਗੁਜ਼ਰਨਾ ਪਵੇਗਾ। ਇਸ ਲਈ ਉਸਨੇ ਸਵਰਗ ਵੀ ਬਣਾਇਆ, ਉਸਨੇ ਨਰਕ ਵੀ ਬਣਾਇਆ। ਨਰਕ ਦੀ ਜ਼ਿੰਮੇਵਾਰੀ ਭਗਵਾਨ ਨੇ ਸ਼ੈਤਾਨ ਨੂੰ ਸੌਂਪ ਦਿੱਤੀ। ਲੇਕਿਨ ਜੋ ਜੀਵ ਦੁਨੀਆ ਤੇ ਆਏ, ਉਹ ਸਾਰੇ ਵੇਦ ਰੀਤੀ ਦੇ ਮੁਤਾਬਕ ਚੱਲਦੇ ਰਹੇ। ਇਸ ਲਈ ਨਰਕ ਵਿੱਚ ਕੋਈ ਜਾਏ ਹੀ ਨਾ। ਨਰਕ ਖਾਲੀ ਦਾ ਖਾਲੀ। ਅਕਸਰ ਕੁਝ ਸਮਾਂ ਦੇਖ ਦੇਖ ਆਖਰ ਸ਼ੈਤਾਨ ਵੀ ਅੱਕ ਗਿਆ ਕਿ ਜਿਸ ਡਿਪਾਰਟਮੈਂਟ ਵਿੱਚ ਕੰਮ ਹੀ ਕੋਈ ਨਹੀਂ, ਉਸ ਦੇ ਮੁਖੀ ਬਣਨ ਦਾ ਵੀ ਕੀ ਲਾਭ ਹੈ। ਉਸਨੇ ਭਗਵਾਨ ਪਾਸ ਸ਼ਿਕਾਇਤ ਕੀਤੀ ਤੇ ਸ਼ਿਕਾਇਤ ਇਹ ਸੀ ਕਿ ਤੁਸਾਂ ਨਰਕ ਸਿਰਜਿਆ, ਲੋਕਾਂ ਨੂੰ ਸਜ਼ਾਵਾਂ ਦੇਣ ਲਈ ਮੈਨੂੰ ਮੁਖੀ ਥਾਪਿਆ ਗਿਆ, ਲੇਕਿਨ ਜਦ ਤੋਂ ਨਰਕ ਬਣਿਆ ਹੈ, ਲੋਕ ਸੰਸਾਰ ਵਿੱਚ ਬੇਦਰੀਤੀ ਮੁਤਾਬਕ ਕਰਮ ਕਰ ਰਹੇ ਨੇ, ਸਭ ਸਵਰਗ ਨੂੰ ਜਾ ਰਹੇ ਨੇ, ਨਰਕ ਵਿੱਚ ਕੋਈ ਪਧਾਰਦਾ ਹੀ ਨਹੀਂ। ਮੈਂ ਵਿਹਲਾ ਕੀ ਕਰਾਂ? ਮੱਖੀਆਂ ਮਾਰਾਂ? ਬੰਦ ਕਰੋ ਇਹ ਨਰਕ। ਜੇ ਚਲਾਉਣਾ ਨਹੀਂ ਇਸ ਮਹਿਕਮੇ ਨੂੰ, ਬਣਾਇਆ ਕਿਉਂ ਹੈ? ਕਾਹਦਾ ਮੈਂ ਮੁਖੀ ਹਾਂ? ਕਥਾ ਹੈ ਕਿ ਭਗਵਾਨ ਤਾਂ ਬੜੇ ਦਿਆਲੂ,
ਆਏ ਸਵਾਲੀ ਨੂੰ ਕਦੀ ਮੋੜਦੇ ਹੀ ਨਹੀਂ। ਸ਼ੈਤਾਨ ਦੀ ਗੱਲ ਵੀ ਸੁਣ ਲਈ ਤੇ ਹੱਸ ਕੇ ਆਖਣ ਲੱਗੇ, ਸ਼ੈਤਾਨ ਨਿਰਾਸ਼ ਨਾ ਹੋ, ਤੇਰੀ ਸ਼ਿਕਾਇਤ, ਤੇਰਾ ਗਿਲਾ, ਤੇਰਾ ਸ਼ਿਕਵਾ ਮੇਰੀ ਸਮਝ ਵਿੱਚ ਆਉਂਦਾ ਹੈ। ਵਾਕਈ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਸਾਰੇ ਵੇਦ ਰੀਤੀ ਦੇ ਕਰਮ ਕਮਾਉਂਦੇ ਨੇ, ਨਰਕ ਕੋਈ ਆਉਂਦਾ ਹੀ ਨਹੀਂ। ਇਸ ਦਾ ਮੈਂ ਇੰਤਜ਼ਾਮ ਕਰਾਂਗਾ। ਤੇਰੀ ਸ਼ਿਕਾਇਤ ਪ੍ਰਵਾਨ ਚੜ੍ਹ ਗਈ, ਤੇਰੀ ਜੋਦੜੀ ਸੁਣੀ ਗਈ। ਮੈਂ ਖਾਲੀ ਕਿਸੇ ਨੂੰ ਮੋੜਦਾ ਨਹੀਂ, ਤੈਨੂੰ ਵੀ ਨਹੀਂ ਮੋੜਾਂਗਾ। ਸ਼ੈਤਾਨ ਨੇ ਪੁੱਛਿਆ, ਫਿਰ ਕੀ ਕਰੋਗੇ? ਤਾਂ ਕਥਾ ਘੜੀ ਗਈ ਹੈ ਕਿ ਭਗਵਾਨ ਨੇ ਆਖਿਆ, ਮੈਂ ਜਲਦੀ ਹੀ ਹਿੰਦੁਸਤਾਨ ਵਿੱਚ ਅਵਤਾਰ ਧਾਰਾਂਗਾ, ਗੌਤਮ ਬੁੱਧ ਦੇ ਰੂਪ ਵਿੱਚ। ਔਰ ਅਵਤਾਰ ਧਾਰ ਕੇ ਭਗਵਾਨ ਨੇ ਕਰਨਾ ਕੀ ਸੀ? ਕਹਾਣੀ ਬੜੀ ਅਜੀਬ ਹੈ। ਸ਼ੈਤਾਨ ਨੂੰ ਹੌਸਲਾ ਦਿੱਤਾ ਭਗਵਾਨ ਨੇ, ਮੈਂ ਗੌਤਮ ਬੁੱਧ ਦੇ ਰੂਪ ਵਿੱਚ ਅਵਤਾਰ ਧਾਰਾਂਗਾ ਔਰ ਲੋਕਾਂ ਦੀ ਬੁੱਧੀ ਭ੍ਰਿਸ਼ਟ ਕਰਾਂਗਾ ਕਿ ਉਹ ਵੇਦ ਰੀਤੀ ਛੱਡ ਦੇਣ। ਬਸ ਫਿਰ ਤੇਰੇ ਪਾਸ ਪਰਮਾਰ ਹੋ ਜਾਏਗੀ ਲੋਕਾਂ ਦੀ। ਕੈਸਾ ਭਗਵਾਨ ਹੈ ਜੋ ਸ਼ੈਤਾਨ ਨੂੰ ਖੁਸ਼ ਕਰਨ ਲਈ, ਲੋਕਾਂ ਨੂੰ ਨਰਕ ਵਿੱਚ ਸੁੱਟਣ ਲਈ ਅਵਤਾਰ ਧਾਰਨ ਕਰਦਾ ਹੈ। ਬਸ ਤਦੋਂ ਤੋਂ ਤਾਂ ਫਿਰ ਭੀੜ ਲੱਗ ਗਈ ਸ਼ੈਤਾਨ ਦੇ ਪਾਸ। ਲੇਕਿਨ ਇਸ ਕਹਾਣੀ ਪਿੱਛੇ ਬੜੀ ਚਾਲਾਕੀ ਹੈ, ਬੇਈਮਾਨੀ ਹੈ। ਬੇਈਮਾਨੀ ਇਹ ਹੈ ਕਿ ਗੌਤਮ ਬੁੱਧ ਜੀ ਦੀਆਂ ਵਿਚਾਰਾਂ ਨੂੰ ਕੱਟਿਆ ਨਹੀਂ ਸੀ ਜਾ ਸਕਦਾ। ਇਸ ਲਈ ਇੱਕ ਜੁਗਤ ਲੱਭ ਲਈ। ਉਹ ਕਰਮਕਾਂਡ ਦੇ ਜਾਲ ਦਾ ਖੰਡਨ ਕਰਦੇ ਸਨ, ਪਰ ਤਿੰਨਾਂ ਦੇ ਗਿਆਨ ਦੀਆਂ ਰਿਸ਼ਮਾਂ ਦੇ ਸਾਹਮਣੇ ਜ਼ੋਰ ਵੀ ਕੋਈ ਨਹੀਂ ਸੀ ਚੱਲਦਾ। ਇਸ ਲਈ ਭਗਵਾਨ ਦਾ ਅਵਤਾਰ ਮੰਨ ਲਏ। ਲੇਕਿਨ ਨਾਲ ਹੀ ਲੋਕਾਂ ਦੇ ਦਿਮਾਗ ਵਿੱਚ ਇੱਕ ਗੱਲ ਪਾ ਦਿੱਤੀ ਕਿ ਜਿਹੜਾ ਗੌਤਮ ਬੁੱਧ ਜੀ ਦੀਆਂ ਵਿਚਾਰਾਂ ਨੂੰ ਮੰਨ ਕੇ ਉਪਦੇਸ਼ਾਂ ਤੇ ਚੱਲੇਗਾ ਉਹ ਨਰਕ ਵਿੱਚ ਜਾਵੇਗਾ, ਕਿ ਕੋਈ ਚੱਲੇ ਨਾ। ਅਜੀਬੋ ਗਰੀਬ ਕਹਾਣੀਆਂ, ਚਾਲਾਕ ਲੋਕ ਗਿਆਨ ਦੇ ਭੰਡਾਰ ਪੁਰਖਾਂ ਦੇ ਸੰਬੰਧ ਵਿੱਚ ਵੀ ਕੱਢ ਲੈਂਦੇ ਰਹੇ। ਐਸੀਆਂ ਹੀ ਕਹਾਣੀਆਂ ਭਗਤ ਕਬੀਰ ਜੀ ਦੇ ਸੰਬੰਧ ਵਿੱਚ ਵੀ ਘੜੀਆਂ ਗਈਆਂ, ਜਿਨ੍ਹਾਂ ਵਿੱਚੋਂ ਪਹਿਲੀ ਹੈ ਤਿੰਨਾਂ ਦੇ ਜਨਮ ਦੇ ਸੰਬੰਧ ਵਿੱਚ ਹੀ। ਕਬੀਰ ਜੀ ਨੇ ਕਿਧਰੇ ਨਹੀਂ ਆਖਿਆ, ਮੈਂ ਕਿਸੇ ਵਿਧਵਾ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਹਾਂ, ਕਿ ਮੈਨੂੰ ਨੀਰੂ ਨੀਮਾ ਨੇ ਪਾਲਿਆ ਹੈ। ਉਹ ਸਪਸ਼ਟ ਆਖਦੇ ਨੇ, ਮੈਂ ਜੁਲਾਹੇ ਦਾ ਕਿੱਤਾ ਕਰਦਾ ਹਾਂ, ਜੁਲਾਹਾ ਹਾਂ। ਤੇ ਇਸ ਵਿੱਚ ਕੀ ਨੁਕਸਾਨ ਵਾਲੀ ਬਾਤ ਹੈ? ਤੋ ਭਗਤ ਕਬੀਰ ਜੀ ਵੱਲ ਜਦ ਅਸੀਂ ਹਿਰਦੇ ਦੇ ਨੇਤਰ ਖੋਲ੍ਹ ਕੇ ਤੱਕਣਾ ਹੈ, ਉਸ ਵੇਲੇ ਪਹਿਲਾ ਚਾਨਣ ਇਹ ਮਿਲੇਗਾ, ਪਰਮਾਤਮਾ ਦੇ ਰਸਤੇ ਤੇ ਜ਼ਾਤ ਪਾਤ ਦੀ ਕੋਈ ਸ਼ਰਤ ਨਹੀਂ। ਜ਼ਰੂਰੀ ਨਹੀਂ ਕਿ ਬ੍ਰਾਹਮਣ ਹੀ ਬ੍ਰਹਮ ਨੂੰ ਪਾ ਸਕਦਾ ਹੈ। ਗੁਰਬਾਣੀ ਅੰਦਰ ਬਚਨ ਆਏ ਨੇ, ਕਿ ਕੋਈ ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਨੀਚ ਤੋਂ ਨੀਚ ਜਿਸ ਜਾਤੀ ਨੂੰ ਲੋਕ ਆਖਦੇ ਹੋਣ, ਤਿੰਨਾਂ ਵਿੱਚੋਂ ਵੀ ਕੋਈ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਹੋਵੇ, ਉਹ ਮੇਰੇ ਸਰੀਰ ਦੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਵੇ, ਮੈਂ ਹਾਜ਼ਰ ਹਾਂ। ਕੋਈ ਜਨਮ ਤੋਂ ਨੀਚ ਨਹੀਂ, ਕੋਈ ਊਚ ਨਹੀਂ। ਕੋਈ ਬਹੁਤ ਗ੍ਰੰਥਾਂ ਦਾ ਗਿਆਨ, ਵਿਆਕਰਨਾਂ ਦਾ ਗਿਆਨ,
ਚਤੁਰਾਈਆਂ, ਚਾਲਾਕੀਆਂ ਜਾਂ ਸੰਸਾਰ ਦੀਆਂ ਅਕੈਡਮਿਕ ਡਿਗਰੀਜ਼ ਪਰਮਾਰਥ ਦੇ ਰਸਤੇ ਲਈ ਕੋਈ ਖਾਸ ਅਹਿਮੀਅਤ ਨਹੀਂ ਰੱਖਦੀਆਂ। ਵਿਦਿਆ ਚੰਗੀ ਹੈ ਜਿੰਨੀ ਪੜ੍ਹੀ ਜਾਏ, ਲੇਕਿਨ ਪਰਮਾਤਮਾ ਤੱਕ ਕੋਈ ਅਨਪੜ੍ਹ ਵੀ ਪਹੁੰਚ ਸਕਦਾ ਹੈ। ਕਬੀਰ ਜੀ ਦੇ ਅੰਦਰੂਨੀ ਗਿਆਨ ਦੇ ਮੁਕਾਬਲੇ 'ਤੇ ਵੱਡੀ ਤੋਂ ਵੱਡੀ ਡਿਗਰੀ ਪ੍ਰਾਪਤ ਕਰਨ ਵਾਲਾ ਵੀ ਠਹਿਰ ਨਾ ਸਕਿਆ। ਫਿਰ ਪ੍ਰਮਾਤਮਾ ਨੂੰ ਪਾਉਣ ਵਾਸਤੇ ਇਹ ਵੀ ਕੋਈ ਸ਼ਰਤ ਨਹੀਂ ਕਿ ਕੋਈ ਬਹੁਤ ਧਨਵਾਨ ਹੋਣਾ ਚਾਹੀਦਾ ਹੈ। ਨਾ ਵਿਦਵਾਨ ਹੋਣਾ ਕੋਈ ਸ਼ਰਤ ਹੈ, ਨਾ ਬਲਵਾਨ ਹੋਣਾ ਕੋਈ ਸ਼ਰਤ ਹੈ, ਨਾ ਧਨਵਾਨ ਹੋਣਾ ਕੋਈ ਸ਼ਰਤ ਹੈ। ਅਨੇਕਾਂ ਧਨਵਾਨ ਨੇ, ਲੇਕਿਨ ਧਰਮ ਦੀ ਦੁਨੀਆ ਵੱਲੋਂ ਫਕੀਰ ਨੇ, ਗਰੀਬ ਨੇ, ਧਰਮ ਪੱਲੇ ਹੈ ਹੀ ਨਹੀਂ। ਲੇਕਿਨ ਝੌਂਪੜੀ ਵਿੱਚ ਰਹਿਣ ਵਾਲੇ ਕਬੀਰ ਸਾਹਿਬ ਸਮਰਾਟਾਂ ਦੇ ਸਮਰਾਟ ਨੇ, ਨਿਰੰਕਾਰ ਨਾਲ ਅਭੇਦ ਨੇ। ਜਦੋਂ ਕਬੀਰ ਜੀ ਦੇ ਉਪਦੇਸ਼ ਅਤੇ ਤਿਨਾਂ ਦੇ ਜੀਵਨ ਵੱਲ ਝਾਤ ਮਾਰਦੇ ਹਾਂ, ਸਾਨੂੰ ਵੀ ਪਰਮਾਰਥ ਦਾ ਰਸਤਾ ਮਿਲਦਾ ਹੈ। ਕੋਈ ਗਰੀਬ ਵੀ ਪਰਮਾਤਮਾ ਨੂੰ ਪਾ ਸਕਦਾ ਹੈ। ਧਨਵਾਨ ਹੋਣਾ ਜ਼ਰੂਰੀ ਨਹੀਂ, ਬਹੁਤ ਵਿਦਵਾਨ ਹੋਣਾ ਜ਼ਰੂਰੀ ਨਹੀਂ। ਸ਼ਰਧਾ ਦੀ ਜ਼ਰੂਰਤ ਹੈ, ਬਲ ਦੀ ਕੋਈ ਖਾਸ ਬਾਤ ਨਹੀਂ। ਸਮੇਂ ਦੀਆਂ ਹਕੂਮਤਾਂ ਵੀ ਕਬੀਰ ਸਾਹਿਬ ਦੇ ਖਿਲਾਫ ਖੜੀਆਂ ਹੋਈਆਂ, ਲੇਕਿਨ ਹਾਕਮਾਂ ਦਾ ਹਾਕਮ ਜਿਹਦੇ ਵੱਲ ਹੋਵੇ, ਉਸ ਨੂੰ ਦੁਨਿਆਵੀ ਹਕੂਮਤ ਦਾ ਕੋਈ ਡਰ ਨਹੀਂ ਰਹਿ ਜਾਂਦਾ। ਉਹ ਨਿਰਭਉ ਦੇ ਲੜ ਲੱਗ ਕੇ ਨਿਰਭਉ ਹੋ ਜਾਂਦਾ ਹੈ। ਐਸੇ ਮਹਾਪੁਰਸ਼ ਭਗਤ ਕਬੀਰ ਜੀ, ਤਿਨਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਆਪਾਂ ਅੱਜ ਪ੍ਰਾਰੰਭ ਕਰ ਰਹੇ ਹਾਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਜਿਸ ਵੇਲੇ ਸ਼ਲੋਕਾਂ ਦਾ ਸਿਰਲੇਖ ਲਿਖਿਆ, ਤਾਂ ਬੜੇ ਅਦਬ ਨਾਲ ਕਬੀਰ ਸਾਹਿਬ ਦਾ ਨਾਮ ਲਿਖਿਆ ਗਿਆ।